17ਵੀਂ पौड़ी 12ਵੀਂ। ਮਾਨਕ ਮੋਤੀ ਮਾਨਸਰ ਨਹਿਚਲ ਨੀਰ ਸੁਥਾਉ ਸੁਹੰਦਾ ਹੰਸ ਵੰਸ ਨਹਿਚਲ ਮਤੀ ਸੰਗਤ ਪੰਗਤ ਸਾਥ ਬਣੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਕ ਮੋਤੀ ਮਾਨਸਰ ਨਹਿਚਲ ਨੀਰ ਸੁਥਾਉ ਸੁਹੰਦਾ। ਭਾਈ ਗੁਰਦਾਸ ਜੀ ਇਸ ਪੌੜੀ ਦੇ ਵਿੱਚ ਆਪਾਂ ਨੂੰ ਹੰਸ ਤੇ ਕਾਂ ਬਾਰੇ ਦੱਸਦੇ ਹਨ। ਇਹ ਜਿਹੜਾ ਹੰਸ ਹੈ ਤੇ ਇਹਦੇ ਗੁਣ ਕਿਹੜੇ ਨੇ, ਕਾਂ ਦੇ ਵਿੱਚ ਕਿਹੜੇ ਔਗਣ ਨੇ। ਸਾਧ ਸੰਗਤ ਦੇ ਵਿੱਚ ਭਾਵੇਂ ਬਹੁਤ ਸਾਰੇ ਲੋਕ ਆਉਂਦੇ ਹਨ, ਪਰ ਕਹਿੰਦੇ ਇਹ ਜਿਹੜਾ ਆਉਣੇ ਜਾਂ ਨਾ ਆਉਣੇ ਵਿੱਚ ਇੱਕੋ ਹੀ ਫਰਕ ਹੈ। ਜਿਹੜਾ ਹਾਜ਼ਰ ਹੈ, ਹਾਜ਼ਰ ਹੁੰਦਿਆਂ ਨਾ ਹਾਜ਼ਰ ਹੋ ਜਾਂਦਾ ਹੈ, ਜਿਹੜਾ ਨਹੀਂ ਹਾਜ਼ਰ ਉਹ ਵੀ ਹਾਜ਼ਰ ਹੋ ਜਾਂਦਾ। ਇਹਦੇ ਬਾਰੇ ਇੱਕ ਸਾਖੀ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਦਿਨ ਆਪਣੇ ਟੈਂਟ ਵਿੱਚ ਸਨ ਤੇ ਮਹਾਰਾਜ ਨੇ ਕਿਤੇ ਆਪਣਾ ਜਿਹੜਾ ਡੇਰਾ ਲਾਇਆ ਹੋਇਆ ਸੀ ਤੇ ਉਹ ਜਿਹੜਾ ਹਨ ਜਿੱਥੇ ਮਹਾਰਾਜ ਨੇ ਆਪਣਾ ਟੈਂਟ ਲਾਇਆ ਸੀ ਸ਼ਹਿਰ ਤੋਂ ਬਾਹਰ, ਉਹ ਸ਼ਹਿਰ ਦੇ ਵਿੱਚ ਇੱਕ ਮੇਲਾ ਹੋ ਰਿਹਾ ਸੀ। ਰਾਤ ਵੇਲੇ ਜਿਹੜੇ ਸਿੱਖ ਬਾਹਰ ਆਪਣੇ ਗੱਢ ਤੇ ਖੜੇ ਸਨ, ਪਹਿਰੇਦਾਰ ਸਨ। ਉਹ ਸਿੱਖ ਜਿਹੜੇ ਹਨ ਪਹਿਰੇਦਾਰੀ ਤੇ ਖੜੇ, ਉਹਨਾਂ ਨੇ ਸਲਾਹ ਕੀਤੀ ਆਪਸ ਵਿੱਚ, ਕਹਿੰਦੇ ਅੱਧੇ ਉਹਨਾਂ ਵਿੱਚੋਂ ਕਹਿੰਦੇ ਅਸੀਂ ਮੇਲਾ ਦੇਖ ਹੀ ਆਈਏ। ਸੋ ਮੇਲਾ ਦੇਖਣ ਵਾਲੇ ਕਹਿੰਦੇ ਭਾਈ ਮੇਲਾ ਤਾਂ ਆਪਾਂ ਦੇਖ ਲਵਾਂਗੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਹਮੇਸ਼ਾ ਆਪਾਂ ਚਾਹੀਦੇ ਹਾਂ ਇਹਨਾਂ ਦੀ ਪਹਿਰੇਦਾਰੀ ਕਰਨ ਵਾਸਤੇ। ਸੋ ਉਹਨਾਂ ਨੇ ਆਪਸ ਵਿੱਚ ਸਲਾਹ ਕਰ ਲਈ, ਕਹਿੰਦੇ ਕੋਈ ਨਹੀਂ ਆਪਾਂ ਅੱਧੇ ਕੁ ਇੱਥੇ ਖੜਦੇ ਹਾਂ, ਅੱਧੇ ਕੁ ਤੁਸੀਂ ਜਾਇਓ ਮੇਲਾ ਦੇਖ ਆਇਓ। ਜਿਹੜਾ ਮੇਲਾ ਦੇਖਿਆ ਉਹ ਕਿਸੇ ਨੂੰ ਦੱਸ ਦਿਓ ਵੀ ਕਿਵੇਂ ਸੀਗਾ ਉਹ ਮੇਲਾ। ਸੋ ਕੀ ਹੁੰਦਾ ਹੈ, ਅੱਧੇ ਜਿਹੜੇ ਚਲੇ ਗਏ, ਅੱਧੇ ਪਹਿਰੇਦਾਰ ਤੇ ਖੜੇ ਰਹੇ। ਹੁਣ ਜਿਹੜੇ ਚਲੇ ਗਏ ਉਹਨਾਂ ਦਾ ਮਨ ਹਜੇ ਵੀ ਉੱਥੇ ਆਪਣੀ ਡਿਊਟੀ ਤੇ ਸੀ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਹਨ, ਕੁਝ ਆ ਨਾ ਜਾਵੇ, ਕੋਈ ਗੱਲਬਾਤ ਨਾ ਹੋ ਜਾਵੇ, ਕੋਈ ਹਮਲਾ ਨਾ ਹੋ ਜਾਵੇ, ਅਸੀਂ ਉੱਥੇ ਨਹੀਂ ਹੈਗੇ ਤਾਂ ਚੰਗੀ ਗੱਲ ਨਹੀਂ। ਉਹ ਮੇਲੇ ਵਿੱਚ ਗਿਆ ਹੋਇਆ ਵੀ ਉਹਨਾਂ ਦਾ ਖਿਆਲ ਉੱਥੇ ਲੱਗਿਆ ਰਿਹਾ, ਉਹਨਾਂ ਨੂੰ ਮੇਲਾ ਵੀ ਕੋਈ ਚੰਗਾ ਨਾ ਲੱਗਿਆ। ਤੇ ਜਿਹੜੇ ਗਾਰਡ ਤੇ ਖੜੇ ਸਨ ਉਹ ਸੋਚੀ ਜਾਣ ਕਿ ਅਸੀਂ ਮੇਲੇ ਚਲੇ ਜਾਂਦੇ ਤਾਂ ਚੰਗਾ ਹੁੰਦਾ। ਹਾਂਜੀ ਅਸੀਂ ਇੱਥੇ ਖੜੇ ਹਾਂ, ਦੇਖੋ ਮੇਲਾ ਦੇਖਦੇ ਹੋਣੇ ਆ, ਰੌਣਕ ਮੇਲਾ ਦੇਖਦੇ ਹੋਣੇ ਆ। ਸੋ ਕੀ ਹੋਇਆ, ਤੋ ਸਵੇਰ ਹੋਈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਿਆਂ ਨੂੰ ਸੱਦ ਲਿਆ ਤੇ ਕਹਿੰਦੇ ਭਾਈ ਕੀ ਹੋਇਆ ਰਾਤ। ਉਹਨਾਂ ਨੇ ਦੱਸੀ ਸਾਰੀ ਗੱਲ। ਮਹਾਰਾਜ ਕਹਿੰਦੇ ਜਿਹੜੇ ਤੁਸੀਂ ਮੇਲੇ ਨੂੰ ਗਏ ਸਨ ਨਾ, ਤੁਸੀਂ ਤਾਂ ਇਹ ਸੇਵਾ ਕੀਤੀ ਆ ਸਾਰੀ ਰਾਤ। ਤੇ ਉਹ ਜਿਹੜੇ ਖੜੇ ਸਨ, ਮਹਾਰਾਜ ਕਹਿੰਦੇ ਅਸੀਂ ਤਾਂ ਇੱਥੇ ਖੜੇ ਰਹੇ ਸਾਰੀ ਰਾਤ, ਅਸੀਂ ਤਾਂ ਮੇਲਾ ਵੀ ਨਹੀਂ ਦੇਖਣ ਗਏ। ਮਹਾਰਾਜ ਕਹਿੰਦੇ ਤੁਹਾਡੇ ਮਨ ਤਾਂ ਮੇਲੇ ਵਿੱਚ ਫਿਰਦੇ ਸੀ ਸਾਰੀ ਰਾਤ। ਹਾਂਜੀ ਸੋ ਕਹਿੰਦੇ ਜਿਹੜਾ ਹਾਜ਼ਰ ਸੀ ਉਹ ਗੈਰ ਹਾਜ਼ਰ ਹੋ ਗਿਆ, ਜਿਹੜਾ ਗੈਰ ਹਾਜ਼ਰ ਸੀ ਉਹ ਹਾਜ਼ਰ ਹੋ ਗਿਆ। ਕਹਿੰਦੇ ਮਨ ਕਰਕੇ ਹੈ, ਗੱਲ ਸਾਰੀ ਮਨ ਦੀ ਹੈ। ਇਹੀ ਗੱਲ ਨੂੰ ਸਮਝਾਉਣ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਮਾਨਕ ਮੋਤੀ ਮਾਨਸਰ। ਦੇਖੋ ਮਾਨਕ ਜਿਹੜੇ ਮੋਤੀ ਪਰਲਸ ਹੁੰਦੇ ਨੇ, ਸੋ ਮਾਨਕ ਜਿਹੜੇ ਡਾਇਮੰਡਸ ਹੁੰਦੇ ਨੇ, ਪ੍ਰੈਸ਼ਰ ਸਟੋਨਸ ਹੁੰਦੇ ਨੇ, ਤੇ ਦੂਜੇ ਮੋਤੀ ਪਰਲਸ ਹੁੰਦੇ ਹਨ, ਇਹ ਸਾਰੇ ਇਹ ਮਾਨ ਸਰੋਵਰ 'ਚ ਮਿਲਦੇ ਹਨ। ਨਹਿਚਲ ਨੀਰ ਸਥਾਉ ਸੁਹੰਦਾ। ਨਹਿਚਲ ਕਹਿੰਦੇ ਇਹ ਜਿਹੜਾ ਹਨ ਨਹੀਂ ਚੱਲਣ ਵਾਲਾ, ਨਹੀਂ ਕਿਤੇ ਜਾਣ ਵਾਲਾ। ਕਹਿੰਦੇ ਨੀਰ ਉਹ ਪਾਣੀ, ਸੋ ਥਾਉ ਸੁਹੰਦਾ, ਜਿੱਥੇ ਮਾਨ ਸਰੋਵਰ ਹੈ ਉੱਥੇ ਪਾਣੀ ਜਿਹੜਾ ਹੈ ਨਹੀਂ ਕਿਤੇ ਜਾਂਦਾ, ਹਮੇਸ਼ਾ ਸਵੱਛ ਜਿਹੜਾ ਹਨ ਸਾਫ਼ ਪਾਣੀ ਖੜਾ ਰਹਿੰਦਾ ਹੈ ਉੱਥੇ। ਹੰਸ ਵੰਸ ਨਹਿਚਲ ਮਤੀ। ਦੇਖੋ ਹੁਣ ਉਸ ਮਾਨ ਸਰੋਵਰ ਦੇ এনवायरमेंट ਕਰਕੇ, ਉਹ ਮਾਨ ਸਰੋਵਰ ਦੇ ਜਿਹੜਾ ਹਨ ਹਾਲਾਤ ਕਰਕੇ ਕੀ ਮਿਲਦਾ ਹੈ, ਕਹਿੰਦੇ ਹੰਸਾਂ ਦੀ ਵੰਸ਼, ਦ ਜਨਰੇਸ਼ਨ ਆਫ ਸਵਨਸ ਉੱਥੇ ਇਕੱਠੇ ਹੁੰਦੇ ਨੇ ਤੇ ਉਹਨਾਂ ਨੂੰ ਆਪਣਾ ਖਾਣਾ ਮੋਤੀ ਮਿਲਦੇ ਹਨ। ਸੰਗਤ ਪੰਗਤ ਸਾਥ ਬੁਨੰਦਾ। ਦੇਖੋ ਕਹਿੰਦੇ ਉਹਦਾ ਜਿਹੜਾ ਹੈ ਸਾਥ ਜਿਹੜਾ ਹਨ ਸੰਗਤ ਕਰਕੇ, ਪੰਗਤ ਕਰਕੇ, ਕਹਿੰਦੇ ਉਹਨਾਂ ਨੂੰ ਕੀ ਮਿਲਦਾ, ਸਾਥ ਬਣਨ ਦਾ। ਸਾਥ ਜਿਹੜਾ ਉਹਨਾਂ ਨੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਹਣੀ ਜਿਹੜੀ ਹੈ ਉਹਨਾਂ ਨੇ ਆਪਣੇ ਗਰੁੱਪ ਬਣਾ ਲਈ ਤੇ ਗਰੁੱਪ ਕਰਕੇ এনवायरमेंट ਪਹਿਲਾਂ ਬਣਿਆ ਹੋਇਆ ਹੈ। ਹੁਣ ਇੱਥੇ ਭਾਈ ਗੁਰਦਾਸ ਜੀ ਨੇ ਕਿਹਾ ਕਿ ਮਾਨਕ ਮੋਤੀ ਮਾਨਸਰ, ਸੰਗਤ ਜਿਹੜੀ ਉਹ ਮਾਨਸਰ ਸਰੋਵਰ ਹੈ ਜਿਹਦੇ ਵਿੱਚ ਜਿਹੜੀ ਹੈ ਨਾਮ ਤੇ ਸੇਵਾ ਪ੍ਰਾਪਤ ਹੁੰਦੀ ਹੈ, ਸੇਵਾ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ। ਸੋ ਨੇਚਲ ਨੀਰ ਸੁਥਾਉ ਸੁਹੰਦਾ, ਇਹਦੇ ਵਿੱਚ ਨਾਮ ਰੂਪੀ ਜਿਹੜਾ ਪਾਣੀ ਹੈ ਉਹ ਹਮੇਸ਼ਾ ਹੀ ਰਹਿੰਦਾ ਹੈ ਸਾਧ ਸੰਗਤ ਵਿੱਚ। ਸਾਧ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਇੱਕ ਨਾਮ ਰੂਪੀ ਪਾਣੀ ਉੱਥੇ ਹੁੰਦਾ ਹੈ ਹਮੇਸ਼ਾ ਵਾਸਤੇ। ਫਿਰ ਕਹਿੰਦੇ ਹੰਸ ਵੰਸ਼ ਨੇਚਲ ਮਤੀ, ਕਹਿਣਗੇ ਨੇਚਲ ਨਹੀਂ ਹਿੱਲਣ ਵਾਲੀ ਉਹਨਾਂ ਦੀ ਮਤ, ਐਸੇ ਗੁਰਮੁਖ ਜਿਹੜੇ ਹੰਸਾਂ ਵਰਗੇ ਉੱਥੇ ਸਾਧ ਸੰਗਤ ਵਿੱਚ ਰਹਿੰਦੇ ਹਨ। ਨੇਚਲ ਮਤ ਇਹ ਹੁੰਦੀ ਹੈ ਵੀ ਮਤ ਪੱਕੀ ਹੋ ਗਈ, ਕੰਸਿਸਟੈਂਟ ਹੋ ਗਈ ਤੇ ਉਹਨਾਂ ਨੂੰ ਕੋਈ ਬਦਲ ਨਹੀਂ ਸਕਦਾ। ਭਾਵੇਂ ਉਹਨਾਂ ਦੀ ਜਾਨ ਚਲੀ ਜਾਵੇ, ਭਾਵੇਂ ਉਹਨਾਂ ਦੇ ਟੁਕੜੇ ਟੁਕੜੇ ਸਰੀਰ ਦੇ ਕੋਈ ਕਰ ਦੇਵੇ, ਉਹਨਾਂ ਦੇ ਸਿਰਾਂ ਤੋਂ ਜਿਹੜਾ ਹਨ ਸਿਰ ਲਾ ਦੇਵੇ, ਉਹਨਾਂ ਦੀ ਮਤੀ ਨਹੀਂ ਬਦਲਣੀ। ਦੈਟਸ ਇਟ, ਉਹਨਾਂ ਨੇ ਧਾਰਨ ਕਰ ਲਈ ਵੀ ਇਹੀ ਹੈ ਮੇਰਾ। ਤੇ ਉਹਨਾਂ ਨੂੰ ਆਪਣਾ ਬਿਲੀਫ ਜਿਹੜਾ ਹੈ ਬਿਕਮਸ ਮੋਰ ਪ੍ਰੈਸ਼ੀਅਸ ਦੈਨ देयर ਬੋਡੀ।
ਦੇ ਆ ਹਿਊਮਨ ਬਰਥ, ਉਹਦੇ ਨਾਲੋਂ ਜ਼ਿਆਦਾ ਉਹਨਾਂ ਨੂੰ ਉਹ ਲੱਗ ਗਿਆ। ਸੋ ਉਹਨਾਂ ਦੀ ਮਤੀ ਨਹੀਂ ਬਦਲਦੀ। ਫਿਰ ਕੀ ਹੁੰਦਾ? ਸੰਗਤ ਪੰਗਤ, ਸੰਗਤ ਤੇ ਪੰਗਤ। ਹੁਣ ਇੱਕ ਤਾਂ ਸੰਗਤ ਹੁੰਦੀ ਹੈ, ਇੱਕ ਪੰਗਤ ਹੁੰਦੀ ਹੈ। ਪੰਗਤਾਂ ਹੁੰਦੀਆਂ ਹਨ ਜਿੱਥੇ ਦਾਤਾਂ ਪ੍ਰਾਪਤ ਹੁੰਦੀਆਂ, ਜਿਵੇਂ ਲੰਗਰ ਛਕਣ ਵੇਲੇ ਪੰਗਤਾਂ ਲੱਗਦੀਆਂ ਨੇ। ਸੰਗਤ ਦੇ ਵਿੱਚ ਮਨ ਦੀ ਖੁਰਾਕ ਜਾਂ ਅੰਦਰੋਂ ਜਿਹੜਾ ਬੁੱਧੀ ਜਿਹੜਾ ਹਨ ਜਾਂ ਅੰਤਸ਼ਕਰਨ ਨੂੰ ਨਿਰਮਲ ਕੀਤਾ ਜਾਂਦਾ। ਪੰਗਤ ਦੇ ਵਿੱਚ ਸਰੀਰ ਦੀ ਲੋੜ ਪੂਰੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਸੰਗਤ ਪੰਗਤ ਸਾਥ ਬਣਨ ਦਾ। ਹੁਣ ਇਹ ਦੋ ਚੀਜ਼ਾਂ ਕਰਕੇ ਦੋ ਥੰਮੇ ਨੇ, ਸੰਗਤ ਤੇ ਪੰਗਤ ਹੈ, ਜਿਹਦੇ ਕਰਕੇ ਸਰੀਰ ਬਣਦਾ ਹੈ ਤੇ ਅੰਦਰੋਂ ਜਿਹੜਾ ਹਨ ਪਰਮਾਤਮਾ ਦੀ ਰੀਅਲਾਈਜੇਸ਼ਨ ਬਣਦੀ ਹੈ, ਐਨਲਾਈਟਮੈਂਟ ਮਿਲਦਾ ਹੈ। ਸੋ ਇਹ ਵੀ ਸੰਗਤ ਹੈ। ਸੋ ਇਹ ਸੰਗਤ ਦਾ ਇੱਕ ਸੁਭਾਅ, ਇੱਕ ਦਾਤ ਭਾਈ ਗੁਰਦਾਸ ਨੇ ਸਮਝਾਈ ਹੈ ਇੱਥੇ। ਮਾਨਕ ਮੋਤੀ ਚੋਗ ਚੁਗ। ਦੇਖੋ ਇਹ ਜਿਹੜੇ ਗੁਰੂ ਜਿਹੜਾ ਹਨ ਜਿਵੇਂ ਸਵਨ ਹੁੰਦੇ ਨੇ, ਉਹ ਸਿਰਫ ਮੋਤੀਆਂ ਨੂੰ ਚੁਗਦੇ ਨੇ, ਭਾਵੇਂ ਉੱਥੇ ਪੱਥਰ ਪਏ ਹੋਣ, ਹੋਰ ਜਾਲਾ ਪਿਆ, ਉਹਨਾਂ ਨੂੰ ਕੋਈ ਪਾਸੇ ਕਰਕੇ ਉਹਨਾਂ ਨੇ ਆਪਣੇ ਮੋਤੀ ਚੁਗਣੇ ਹੁੰਦੇ ਨੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਲੋਕ ਨੇ, ਉਹਨਾਂ ਨੇ ਸਿਰਫ ਗੁਰੂ ਦੀ ਮੱਤ ਨੂੰ ਲੈਣਾ ਹੈ। ਉਹਨਾਂ ਨੇ ਜਿਹੜੀ ਨਿੰਦਿਆ ਹੁੰਦੀ ਹੈ ਜਾਂ ਇੱਧਰ ਉੱਧਰ ਦੀਆਂ ਗੱਲਾਂ ਹੁੰਦੀਆਂ ਨੇ, ਉਹਨਾਂ ਨੇ ਪਾਸੇ ਕਰ ਦੇਣੀਆਂ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਉਹ ਬਹੁਤ ਫੋਕਸ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਸੰਗਤ ਵਿੱਚ ਆਇਆ, ਮੈਂ ਕੀ ਲੈਣਾ ਹੈ, ਮੈਂ ਇੱਧਰ ਉੱਧਰ ਨਹੀਂ ਭੜਕਣਾ, ਨਹੀਂ, ਮੈਂ ਇਹੀ ਕੁਝ ਲੈਣਾ ਹੈ, ਮੈਂ ਇਹੀ ਕੁਝ ਲੈਣਾ ਹੈ। ਮਾਨ ਮਹਤ ਆਨੰਦ ਵਧੰਦਾ। ਦੇਖੋ ਮਾਨ ਮਹਤ, ਜਿਹਦੇ ਕਰਕੇ ਉਹਨਾਂ ਦਾ ਮਾਨ ਬਹੁਤ ਵੱਡਾ ਹੁੰਦਾ ਹੈ, ਫਿਰ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ। ਦੇਖੋ ਫਿਰ ਅੰਦਰੋਂ ਪਰਮੇਸ਼ਰ ਦੇ ਨਾਮ ਜਪਣ ਕਰਕੇ ਆਨੰਦ ਵੱਧਦਾ ਹੀ ਜਾਂਦਾ ਹੈ। ਹੁਣ ਦੇਖੋ ਜਦੋਂ ਆਪਾਂ ਨੂੰ ਮਾਇਆ ਪ੍ਰਾਪਤ ਹੁੰਦੀ, ਆਪਾਂ ਇੱਕ ਕੰਪੈਰੀਜ਼ਨ ਲੈ ਲਈਏ, ਇੱਕ ਪਾਸੇ ਮਾਇਆ, ਇੱਕ ਪਾਸੇ ਪਰਮੇਸ਼ਰ ਹੈ। ਹੁਣ ਮਾਇਆ ਜਿਹੜੀ ਹੈ ਜਦੋਂ ਵੀ ਆਪਣੇ ਕੋਲ ਆਉਂਦੀ ਹੈ ਉਹ ਛੋਟੀ ਹੋ ਜਾਂਦੀ ਹੈ। ਉਹ ਮਾਇਆ ਜਦੋਂ ਆਪਣੇ ਕੋਲ ਆਉਂਦੀ ਹੈ ਉਹ ਦੁੱਖ ਦਿੰਦੀ ਹੈ। ਦੁੱਖ ਇਸ ਕਰਕੇ ਹੈ, ਉਹਨੂੰ ਰੱਖਣ ਦਾ ਵੀ ਦੁੱਖ ਹੈ, ਉਹਨੂੰ ਜਿਹੜਾ ਖਰਚਣ ਦਾ ਵੀ ਦੁੱਖ ਹੈ। ਮਾਇਆ ਜਦੋਂ ਆਉਂਦੀ ਹੈ ਸੁੱਖ ਥੋੜਾ ਹੁੰਦਾ ਹੈ, ਦੁੱਖ ਜ਼ਿਆਦਾ ਹੁੰਦਾ ਹੈ। ਤੇ ਇਹ ਮਾਇਆ ਜਿਹੜੀ ਹੈ ਹਮੇਸ਼ਾ ਭੜਕਣਾ ਪਾਉਂਦੀ ਹੈ, ਸ਼ਾਂਤ ਨਹੀਂ ਰਹਿਣ ਦਿੰਦੀ, ਹਮੇਸ਼ਾ ਭੜਕਾਉਂਦੀ ਹੈ। ਸੋ ਇਸ ਕਰਕੇ ਇਹ ਮਾਇਆ। ਦੂਸਰੇ ਪਾਸੇ ਜੇ ਮਾਇਆ ਨੂੰ ਛੱਡ ਕੇ ਨਾਮ ਵੱਲ ਜਾਈਏ ਤਾਂ ਨਾਮ ਜਿਹੜਾ ਹੈ ਹਮੇਸ਼ਾ ਹੀ ਵੱਧਦਾ ਹੈ, ਇਹਦਾ ਆਨੰਦ ਕਿਤੇ ਘਟਦਾ ਨਹੀਂ। ਤੇ ਇਹਦਾ ਦੀ ਖੁਸ਼ੀ ਆਨੰਦ ਹੈ, ਇਹ ਅਨਕੰਡੀਸ਼ਨਲ ਹੈ, ਮਾਇਆ ਦੀ ਕੰਡੀਸ਼ਨਲ ਹੈ। ਕਿਉਂਕਿ ਮਾਇਆ ਜਦੋਂ ਨਹੀਂ ਹੁੰਦੀ ਆਪਾਂ ਨੂੰ ਵੱਡੀ ਲੱਗਦੀ ਹੈ, ਜਦੋਂ ਕੋਲ ਆ ਜਾਂਦੀ ਉਹ ਤਾਂ ਛੋਟੀ ਹੋ ਜਾਂਦੀ ਹੈ। ਹੁਣ ਮਾਇਆ ਦੀ ਕੀਮਤ ਵੀ ਇਸੇ ਤਰ੍ਹਾਂ ਹੀ ਹੈ, ਜੇ ਨਹੀਂ ਮਿਲਦੀ ਤਾਂ 1 ਮਿਲੀਅਨ ਬਹੁਤ ਵੱਡਾ, ਜੇ ਜੇਬ ਵਿੱਚ ਆ ਜਾਵੇ ਤਾਂ ਬਹੁਤ ਛੋਟਾ ਹੋ ਗਿਆ, ਫਿਰ ਤਾਂ ਆਪਾਂ ਕਹਿੰਦੇ ਹੋਰ ਜ਼ਿਆਦਾ ਚਾਹੀਦਾ ਹੈ। ਮਾਇਆ ਦਾ ਵੈਲਿਊ ਘਟਦਾ ਹੈ ਆਉਣ ਕਰਕੇ, ਨਾਮ ਦਾ ਵੈਲਿਊ ਵੱਧਦਾ ਹੈ। ਜਿਉਂ ਉਹ ਵੱਧਦਾ ਹੈ ਤਿਉਂ ਆਨੰਦ ਵੀ ਵੱਧਦਾ ਹੈ। ਕਾਉ ਨਿਥਾਉ ਨਿਨਾਉ ਹੈ। ਹੁਣ ਦੇਖੋ ਦੂਸਰੇ ਪਾਸੇ, ਹੁਣ ਤਾਂ ਹੰਸ ਦੀ ਗੱਲ ਕਰ ਲਈ, ਹੁਣ ਕਾਂ ਦੀ ਗੱਲ ਕਰੀਏ। ਕਰੋ ਜਿਹੜੇ ਹੁੰਦੇ ਹਨ ਜਿਹੜੇ ਇਹਨਾਂ ਦਾ ਗੱਲ ਕਰੀਏ, ਕਹਿੰਦੇ ਦੇਖੋ ਨਾ ਕਾਂ ਜਿਹੜਾ ਹੈ ਨਿਥਾਉ ਨਿਨਾਉ, ਇਹਦਾ ਪਹਿਲਾਂ ਤਾਂ ਕੋਈ ਨਾਂ ਹੀ ਨਹੀਂ ਲੈਂਦਾ। ਕਹਿੰਦੇ ਕਾਂ ਦਾ ਕੀ ਨਾਂ ਲੈਣਾ, ਉਹ ਕਾਂ ਆਪੇ ਲੈ ਜਾ, ਕਾਂ ਕਰੀ ਜਾਂਦਾ ਵਿਚਾਰਾ। ਹਾਂਜੀ, ਉਹਦਾ ਨਾਂ ਲੈਣ ਦੀ ਲੋੜ ਹੀ ਨਹੀਂ, ਉਹ ਆਪੇ ਆਪਣਾ ਨਾਂ ਦੱਸੀ ਜਾਂਦਾ ਵਿਚਾਰਾ ਸਾਰਿਆਂ ਨੂੰ ਵੀ ਮੈਂ ਕਾਂ ਹਾਂ। ਫਿਰ ਜਿਹੜਾ ਨਿਤਜਾ ਹਨ ਉਹਨੇ ਭੈੜੇ ਥਾਂ ਤੇ ਜਾਣਾ ਹੈ, ਉਹਨੇ ਉੱਥੇ ਜਾਣਾ ਜਿੱਥੇ ਗੰਦਗੀ ਹੋਵੇ। ਜਿੱਥੇ ਸਾਫ਼ ਖਾਣਾ ਰੱਖ ਦੋ ਉੱਥੇ ਨਹੀਂ ਕਾਂ ਜਾਏਗਾ, ਜਿੱਥੇ ਗੰਦਗੀ ਹੋਏਗੀ, ਜਿੱਥੇ ਕੋਈ ਮਰੀ ਹੋਈ ਚੀਜ਼ ਪਈ ਹੋਏਗੀ, ਜਿੱਥੇ ਕੀੜੇ ਪਏ ਹੋਣਗੇ, ਕੋਈ ਬਦਬੂ ਆਏਗੀ, ਕਾਂ ਉੱਥੇ ਜਾਂਦਾ ਹੈ ਖਾਣ ਵਾਸਤੇ। ਹੰਸਾ ਵਿੱਚ ਉਦਾਸ ਹੋਵੰਦਾ। ਹੁਣ ਦੇਖੋ, ਹੁਣ ਕਾਂ ਨੂੰ ਲਿਆ ਕੇ ਤੁਸੀਂ ਹੰਸਾਂ ਵਿੱਚ ਬਿਠਾ ਦਿਓ ਵਿਚਾਰੇ ਨੂੰ ਮਾਨਸ ਸਰੋਵਰ ਤੇ, ਉਹ ਕਾਂ ਵਿਚਾਰਾ ਕੀ ਕਰੇਗਾ ਉੱਥੇ ਬਹਿ ਕੇ? ਉਹਨੇ ਨਾ ਤਾਂ ਮੋਤੀ ਖਾਣੇ ਨੇ, ਉਹਨੇ ਨਾ ਤਾਂ ਕੋਈ ਚੰਗੀ ਚੀਜ਼ ਖਾਣੀ ਆ, ਤੇ ਚੰਗਾ এনवायरमेंट ਵੀ ਉਹਨੂੰ ਨਹੀਂ ਚੰਗਾ ਲੱਗਦਾ, ਤੇ ਉਹ ਵਿਚਾਰਾ ਕੀ ਕਰੇਗਾ? ਬੋਰਿੰਗ ਹੋ ਜਾਏਗਾ ਨਾ ਵਿਚਾਰਾ, ਉਹਦਾ ਵਿਚਾਰੇ ਨੂੰ ਪਸੰਦ ਹੀ ਨਹੀਂ ਆਉਣਾ ਥਾਂ। ਸੋ ਇਸੇ ਕਰਕੇ ਕਹਿੰਦੇ ਜਿਹੜਾ ਕਾਂ ਹੁੰਦਾ ਹੈ ਨਾ, ਕਹਿੰਦੇ ਇਹਦੇ ਵਿੱਚ ਨਾ ਐਸਾ ਹੁੰਦਾ ਹੈ, ਕਹਿੰਦੇ 6 ਚੀਜ਼ਾਂ ਜਿਹੜੀਆਂ ਨਾ ਹੰਸਾਂ ਨਾਲ ਨਹੀਂ ਮਿਲਦੀਆਂ ਜਾਂ ਗੁਰਮੁਖਾਂ ਨਾਲ ਨਹੀਂ ਮਿਲਦੀਆਂ। ਹੰਸਾਂ ਜਿਹੜਾ ਮਨਮੁਖਾਂ ਦੀਆਂ, ਮਨਮੁਖ ਕਾਂ ਨੇ, ਗੁਰਮੁਖ ਜਿਹੜੇ ਨੇ ਉਹ ਹੰਸ ਨੇ। ਹੁਣ ਇਹਨਾਂ ਵਿੱਚ ਫਰਕ ਕੀ ਹੈ? ਉਹਨਾਂ ਵਿੱਚ ਫਰਕ ਇਹ ਪੈਂਦਾ ਆਸਾ, ਉਹਨਾਂ ਦੀਆਂ ਆਸਾ ਡਿਫਰੈਂਟ ਹੁੰਦੀਆਂ ਨੇ। ਫਿਰ ਉਹਨਾਂ ਦਾ ਜਿਹੜਾ ਇਸ਼ਟ ਜਿਹਨੂੰ ਉਹ ਪੂਜਾ ਕਰਦੇ ਨੇ, ਤੇ ਮਨਮੁਖ ਮਾਇਆ ਨੂੰ ਪੂਜਦੇ ਨੇ, ਗੁਰਮੁਖ ਪਰਮਾਤਮਾ ਨੂੰ ਪੂਜਦੇ ਨੇ। ਫਿਰ ਉਹਨਾਂ ਦੀ ਉਪਾਸਨਾ ਜਿਹੜੀ ਹੈ, ਉਪਾਸਨਾ ਵੀ ਉਹ ਡਿਫਰੈਂਟ ਕਰਦੇ ਨੇ, ਕਿਹਨੂੰ ਉਹ ਪੂਜਾ ਕਰਦੇ ਨੇ। ਸੋ ਮਨਮੁਖ ਜਿਹੜੇ ਮਾਇਆ ਨੂੰ, ਆਪਣੀ ਪ੍ਰਤਿਸ਼ਠਾ ਨੂੰ, ਆਪਣੇ ਪ੍ਰਾਈਡ ਨੂੰ ਪੂਜਦੇ ਨੇ, ਤੇ ਗੁਰਮੁਖ ਪੂਜਦੇ ਨੇ ਵਾਹਿਗੁਰੂ ਪਰਮਾਤਮਾ ਨੂੰ। ਫਿਰ ਅੱਗੇ ਹੋ ਗਿਆ ਖਾਣ, इन दोवां दा खाना भी डिफरेंट होंदा है। मनमुखां दा खाना डिफरेंट, गुरमुखां दा डिफरेंट होंदा है। मनमुखां ने तां कितों भी खा लेना है, गुरमुखां ने तां देख के खाना है। हुण एक हो गया जी नन वैज खा लेना, एक वैज खा लेना। हुण वैज भी उन्होंने देख के खाना भी मैं भाई इह जिहा भैड़ा खाना मैं नहीं खाना, मैं तां इह खाना। मेरे खाने करके कोई जिहड़ा हन कोई जीव नूं दुख ना दित्ता होवे, कोई जीव तड़फदे नूं मारिया ना होवे ते ओह मैं सौदा नाल खावां।
ਉਹ ਵਿਚਾਰਾ ਦੁੱਖ ਨਾਲ ਮਰਿਆ ਵਿਚਾਰਾ, ਤੇ ਮੈਂ ਉਹਦੇ ਦੁੱਖ ਨੂੰ ਜਿਹੜਾ ਹਨ ਉਹਦੇ ਦੁੱਖ ਕਰਕੇ ਮੈਂ ਸੁੱਖ ਮਨਾਵਾਂ। ਹਾਂਜੀ, ਸੋ ਦੇਖੋ ਨਾ, ਕੋਈ ਵੀ ਜਾਨਵਰ ਨੂੰ ਮਾਰੋ, ਇੱਕ ਨੂੰ ਮਾਰੋਗੇ ਤੁਸੀਂ ਉਹਦੇ ਪਰਿਵਾਰ ਨਾਲੋਂ ਵਿਛੋੜ ਦਿੱਤਾ, ਇੱਕ ਮੁਰਗੇ ਨੂੰ ਮਾਰ ਲਓ, ਇੱਕ ਬੱਕਰੀ ਨੂੰ ਮਾਰ ਲਓ, ਦੇਖੋ ਉਹਨੇ ਪਰਿਵਾਰ ਨਾਲੋਂ ਵਿਛੋੜਾ ਦੇ ਦਿੱਤਾ। ਫਿਰ ਵਿਚਾਰੇ ਨੂੰ ਕੋਹ ਕੇ ਮਾਰਿਆ, ਤੇ ਮਾਰ ਕੇ ਫਿਰ ਉਹਨੂੰ ਆਪਣਾ ਸੁੱਖ ਬਣਾਇਆ ਵੀ ਇਹ ਮੇਰਾ ਸੁੱਖ ਬਣ ਜਾਵੇ। ਫਿਰ ਅੱਗੇ ਕੀ ਹੁੰਦਾ ਹੈ, ਕਹਿੰਦੇ ਦੂਜੇ ਪਾਸੇ ਜਿਹੜਾ ਹੈ ਗੁਰਮੁਖ ਜਿਹੜੇ ਨੇ, ਉਹ ਕਹਿੰਦਾ ਮੇਰਾ ਖਾਣਾ ਸਾਦਾ ਹੋਵੇ, ਮੈਨੂੰ ਨਾ ਵੀ ਖਾਣਾ ਮਿਲੇ ਕੋਈ ਗੱਲ ਨਹੀਂ, ਪਰ ਕਿਸੇ ਨੂੰ ਦੁੱਖ ਨਹੀਂ ਹੋਣਾ ਚਾਹੀਦਾ, ਕੋਈ ਜੀਵ ਦੀ ਹੱਤਿਆ ਨਹੀਂ ਹੋਣੀ ਚਾਹੀਦੀ। ਸੋ ਇਹ ਖਾਣਾ ਡਿਫਰੈਂਟ ਹੋ ਗਿਆ। ਹੁਣ ਪੰਜਵੀਂ ਚੀਜ਼ ਜਿਹੜੀ ਹੈ ਪਾਣ ਪੀਣਾ ਵੀ ਡਿਫਰੈਂਟ ਹੈ। ਜਿਹੜਾ ਹਨ ਗੁਰਮੁਖਾਂ ਨੇ ਦੁੱਧ ਪਾਣੀ ਪੀਣਾ ਹੈ, ਮਨਮੁਖਾਂ ਨੇ ਸ਼ਰਾਬਾਂ ਪੀਣੀਆਂ ਨੇ, ਸੋ ਉਹ ਵੀ ਡਿਫਰੈਂਟ ਹੋ ਗਏ। ਫਿਰ ਪਹਿਚਾਨ, ਉਹਨਾਂ ਦੀ ਪਹਿਚਾਨ ਵੀ ਡਿਫਰੈਂਟ ਹੁੰਦੀ ਆ। ਮਨਮੁਖਾਂ ਨੂੰ ਤੁਸੀਂ ਜਿਹੜਾ ਦੇਖਣਾ ਹੋਵੇ ਤਾਂ ਉਹਨਾਂ ਦੇ ਡਾਲਰ ਸਾਈਨ ਨੂੰ ਦੇਖਣਾ ਪੈਂਦਾ ਹੈ ਵੀ ਉਹਦਾ ਡਾਲਰ ਸਾਈਨ ਕੀ ਹੈ, ਕਿੰਨੀ ਮਾਇਆ ਇਹਦੇ ਕੋਲ, ਕਿੰਨੀਆਂ ਗੱਡੀਆਂ, ਕਿੰਨੇ ਘਰ ਨੇ, ਉਹ ਦੇਖਣਾ ਪਊ। ਪਰ ਗੁਰਮੁਖਾਂ ਨੂੰ ਜੇ ਦੇਖਣਾ ਹੋਵੇ ਉਹਨਾਂ ਦੀ ਪਹਿਚਾਨ ਕੀ ਹੈ, ਉਹਨਾਂ ਦੇ ਅੰਦਰ ਪਰਮਾਤਮਾ ਆਪ ਵਸਦਾ ਹੈ, ਪਰਮਾਤਮਾ ਸਾਖਸ਼ਾਤ ਹੁੰਦਾ ਹੈ। ਪਰਮਾਤਮਾ ਤੋਂ ਉਹਨਾਂ ਦੇ ਕੋਲ ਜਾ ਕੇ ਠੰਡ ਮਿਲਦੀ ਹੈ, ਸ਼ਾਂਤੀ ਮਿਲਦੀ ਹੈ, ਮਨਮੁਖਾਂ ਕੋਲ ਜਾ ਕੇ ਭੜਕਣਾ ਮਿਲਦੀ ਹੈ। ਸੋ ਇਹ ਸਾਰਾ ਡਿਫਰੈਂਟ ਹੈ। ਸੋ ਇੱਥੋਂ ਕਹਿੰਦੇ ਕਾਉ ਨੇ ਜਿਹੜਾ ਨਿਥਾਓ ਨਹੀਂ ਨਾਉ, ਭੈੜੇ ਥਾਂ ਤੇ ਜਾਣਾ, ਤੇ ਇਹਦਾ ਨਾਂ ਵੀ ਕੋਈ ਨਹੀਂ ਹੁੰਦਾ ਹੰਸਾਂ ਵਿੱਚ ਉਦਾਸ ਹੋਵਨ। ਪਰ ਇੱਕ ਗੱਲ ਹੈ, ਪਰ ਜੇ ਹੰਸਾਂ ਚ ਪਾ ਦੇ ਤਾਂ ਉਦਾਸ ਹੋ ਜਾਂਦਾ। ਇਸ ਕਰਕੇ ਕਈ ਸ਼ਰਾਬੀ ਬੰਦੇ ਨੂੰ ਲਿਆ ਕੇ ਤੁਸੀਂ ਨਾ ਸਾਧ ਸੰਗਤ ਚ ਬਿਠਾ ਦਿਓ, ਬੜਾ ਸੈਟ ਹੋਊਗਾ। ਉਹਨੇ ਕੀ ਕਰਨਾ ਜੀ, ਘੜੀ ਵਾਲੇ ਦੇਖੀ ਜਾਣਾ, ਭਾਈ ਹਟਦਾ ਨਹੀਂ, ਭਾਈ ਹਟਦਾ ਨਹੀਂ, ਭਾਈ ਹਟਦਾ ਨਹੀਂ। ਸੋ ਇਸੇ ਤਰ੍ਹਾਂ ਹੀ ਹੁੰਦਾ ਜਦੋਂ ਆਪਾਂ ਨਾ ਆਨੰਦ ਕਾਰਜ ਵਿੱਚ ਜਾਂਦੇ ਹਾਂ। ਹਾਂਜੀ, ਜੰਝ ਆਉਂਦੀ ਹੈ, ਬੜੀ ਸਜੀ ਧਜੀ ਸਵੇਰੇ ਆਉਂਦੀ ਨੇ, ਉਹਨਾਂ ਤੋਂ ਵਾਸ਼ਨਾ ਵੀ ਆਉਂਦੀ ਹੁੰਦੀ ਹੈ, ਕਾਫੀ ਜਿਹੜਾ ਹਨ ਫ੍ਰੈਗਨੈਂਸ ਲਾਈਆਂ ਹੁੰਦੀਆਂ ਨੇ। ਹਾਂਜੀ, ਛਾਤੀ 'ਤੇ ਵੱਡਾ ਫੁੱਲ ਵੀ ਲਾਇਆ ਹੁੰਦਾ ਹੈ, ਜਾਂ ਸੋਹਣੀਆਂ ਪੱਗਾਂ ਸਿੱਧੀਆਂ ਹੁੰਦੀਆਂ ਨੇ ਵਿਚਾਰਿਆਂ ਦੀਆਂ ਜਦੋਂ ਬ੍ਰੇਕਫਾਸਟ ਵਾਸਤੇ ਆਉਂਦੇ ਨੇ। ਫਿਰ ਕੀ ਹੁੰਦਾ ਹੈ ਜੀ, ਜਦੋਂ ਲਾਵਾਂ ਹੋ ਜਾਂਦੀਆਂ ਨਾ, ਜੰਜੀ ਸੱਜਣਾ ਨੂੰ ਭਾਜੜਾਂ ਪੈ ਜਾਂਦੀਆਂ ਨੇ, ਜੇ ਸਾਰੇ ਭੱਜ ਜਾਂਦੇ ਨੇ। ਉਹ ਰਖਾਏ ਹੋਏ ਸਹਿਜ ਪਾਠ ਨੂੰ ਕੋਈ ਨਹੀਂ ਕਰਦਾ, ਉਹ ਮੁੰਡਾ ਇਕੱਲਾ ਹੀ ਬੈਠਾ ਹੁੰਦਾ ਜਿਹਦਾ ਵਿਆਹ ਸੀ ਵਿਚਾਰੇ ਦਾ, ਉਹ ਇਕੱਲਾ ਰਹਿ ਜਾਂਦਾ ਹੈ, ਬਾਕੀ ਸਾਰੀ ਜੰਜ ਭੱਜ ਜਾਂਦੀ ਹੈ, ਕੋਈ ਨਹੀਂ ਰਹਿੰਦਾ ਜੀ ਉੱਥੇ। ਜਾਂਦੇ ਕਿੱਥੇ ਹੈ ਜੀ, ਕਲੱਬਾਂ ਵਿੱਚ, ਉੱਥੇ ਜਾ ਕੇ ਪੀਣਾ ਸ਼ੁਰੂ ਕਰ ਲੈਂਦੇ ਜੀ, ਸ਼ਰਾਬਾਂ ਦੀਆਂ ਬੋਤਲਾਂ ਖੋਲ੍ਹ ਲੈਂਦੇ ਨੇ, ਮਾਸ ਖਾਂਦੇ ਨੇ, ਸ਼ਰਾਬਾਂ ਪੀਂਦੇ ਨੇ। ਫਿਰ ਲੰਚ ਤੱਕ ਜਦੋਂ ਜੰਜ ਇਕੱਠੀ ਹੋ ਕੇ ਆਉਂਦੀ ਆ ਨਾ, ਉਹਨਾਂ ਦੀਆਂ ਪੱਗਾਂ ਦੇਖਣ ਵਾਲੀਆਂ ਹੁੰਦੀਆਂ ਨੇ, ਕਈਆਂ ਦੀਆਂ ਤਾਂ ਕੱਛ ਵਿੱਚੇ ਹੁੰਦੀਆਂ ਨੇ ਪੱਗਾਂ, ਤੇ ਕਈਆਂ ਦੀਆਂ ਵਿੰਗੀਆਂ ਟੇਢੀਆਂ ਹੁੰਦੀਆਂ ਨੇ। ਹਾਂਜੀ, ਫਿਰ ਕਈ ਤਾਂ ਜੰਜ ਅੱਧੀ ਜਾਂ ਤਾਂ ਲੜ ਕੇ ਘਰ ਨੂੰ ਮੁੜ ਜਾਂਦੀ ਹੈ ਰਸਤੇ ਵਿੱਚੋਂ ਹੀ। ਹਾਂਜੀ, ਜੇ ਨਹੀਂ ਵੀ ਲੜੀ ਆ ਕੇ ਉੱਥੇ ਮੇਚਪਾਲ ਜਿਹੜਾ ਹਨ ਉਹ ਭੰਨ ਦਿੰਦੇ ਨੇ ਆ ਕੇ। ਸੋ ਬੜੀਆਂ ਲੜਾਈਆਂ ਪੜਾਈਆਂ ਕਰਦੇ ਨੇ। ਸੋ ਐਸਾ ਜਿਹੜਾ ਹੈ, ਕਹਿੰਦੇ ਦੇਖੋ ਨਾ, ਕਹਿੰਦੇ ਉਹਨਾਂ ਨੂੰ, ਐਸੇ ਬੰਦਿਆਂ ਨੂੰ, ਉਹਨਾਂ ਨੂੰ ਸੰਗਤ ਨਹੀਂ ਚੰਗੀ ਲੱਗਦੀ। ਇਸ ਕਰਕੇ ਕਈ ਲੋਕ ਕਹਿੰਦੇ ਜੀ, ਹਾਂਜੀ ਫਲਾਣਾ ਬੰਦਾ ਮਰ ਗਿਆ ਜੀ, ਇਹਨੂੰ ਮਹਾਰਾਜ ਜੀ ਤੁਸੀਂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ। ਅਰਦਾਸ ਦਾ ਗ੍ਰੰਥੀ ਇਸ ਤਰ੍ਹਾਂ ਕਰਦੇ ਨੇ। ਕਈ ਮਰੇ ਵਾਲੇ ਨੂੰ ਪੁੱਛ ਲਓ, ਉਹ ਮਹਾਰਾਜ ਦੇ ਚਰਨਾਂ ਦਾ ਨਿਵਾਸ ਲੈਣਾ ਚਾਹੁੰਦਾ ਕਿ ਨਹੀਂ ਲੈਣਾ ਚਾਹੁੰਦਾ। ਉਹਨੂੰ ਚੰਗਾ ਹੀ ਨਹੀਂ ਲੱਗਣਾ ਮਹਾਰਾਜ ਦੇ ਚਰਨਾਂ ਦਾ ਨਿਵਾਸ। ਉਹਨੂੰ ਤਾਂ ਚੰਗਾ ਲੱਗਦਾ ਮੈਨੂੰ ਭੇਜੋ ਤੁਸੀਂ ਕੋਈ ਕਲੱਬਾਂ ਨੂੰ, ਕੋਈ ਪੱਬਾਂ ਨੂੰ। ਹਾਂਜੀ, ਉਹਨੂੰ ਕੀ ਚੰਗਾ ਲੱਗਣਾ ਨਿਵਾਸ, ਤੇ ਤੁਸੀਂ ਅਰਦਾਸਾਂ ਕਰੀ ਜਾਂਦੇ ਵੀ ਭਾਈ ਨਿਵਾਸ ਦਿਓ, ਚਰਨਾਂ 'ਚ ਨਿਵਾਸ ਦਿਓ। ਉਹਨੇ ਕੀ ਕਰਨਾ ਨਿਵਾਸ ਕੋਲ। ਹਾਂਜੀ, ਉਹ ਕਹੂੰਗਾ ਮੈਨੂੰ ਕਿਸੇ ਜਿਹੀ ਥਾਂ 'ਤੇ ਭੇਜਤਾ ਇਹਨਾਂ ਨੇ ਅਰਦਾਸਾਂ ਕਰਕੇ। ਉਹ ਤਾਂ ਰੋਂਦਾ ਪਿੱਟਦਾ ਹੋਊਗਾ ਵੀ ਭੇਜੋ ਮੈਨੂੰ ਨਰਕਾਂ 'ਚ, ਉੱਥੇ ਕਹਿੰਦੇ ਬਹੁਤ ਰੌਣਕ ਮੇਲੇ ਲੱਗੇ ਹੋਏ ਨੇ। ਹਾਂਜੀ, ਸੋ ਇਹ ਹਾਲਾਤ ਹੁੰਦੀ ਹੈ ਆਪਣੀ। ਕਹਿੰਦੇ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨਾ, ਉਹ ਉਦਾਸ ਇਹ ਹੋ ਜਾਂਦੇ ਨੇ ਵਿਚਾਰੇ। ਪੱਖ ਹਾਂ, ਦੇਖੋ ਕਹਿੰਦੇ ਪੱਖ ਜਿਹੜਾ ਖਾਣ ਯੋਗ ਚੀਜ਼ ਹੈ, ਪੱਖ ਜਿਹੜੀ ਨਹੀਂ ਖਾਣੀ ਚਾਹੀਦੀ। ਕਹਿੰਦੇ ਜਿਹੜੀ ਖਾਣ ਵਾਲੀ ਚੀਜ਼ ਹੈ ਉਹ ਤਾਂ ਉਹਨਾਂ ਨੇ ਨਹੀਂ ਖਾਣੀ, ਜਿਹੜੀ ਨਹੀਂ ਖਾਣ ਵਾਲੀ ਉਹਨਾਂ ਨੇ ਖਾਣੀ ਹੈ। ਬਸ ਇਸੇ ਤਰ੍ਹਾਂ ਹੀ ਹੈ ਜੀ, ਮਨਮੁਖਾਂ ਦਾ ਵੀ ਇਹੀ ਹਾਲ ਹੈ। ਜਿਹੜੀ ਚੀਜ਼ ਨਹੀਂ ਖਾਣ ਯੋਗ ਉਹਨਾਂ ਨੇ ਖਾਣੀ ਹੈ, ਜਿਹੜੀ ਖਾਣ ਯੋਗ ਆ ਉਹ ਨਹੀਂ ਖਾਣੀ। ਸ਼ਰਾਬੀ ਨੂੰ ਤੁਸੀਂ ਦੁੱਧ ਦਾ ਗਲਾਸ ਦੇ ਦਿਓ, ਉਹ ਕਹਿੰਦਾ ਕੌੜਾ ਹੈ ਜੀ। ਜਿਹੜੀ ਕੌੜੀ ਸ਼ਰਾਬ ਆ ਉਹਨੂੰ ਮਿੱਠੀ ਲੱਗਦੀ ਹੈ। ਹੁਣ ਕੀ ਕਰੇ ਇਹ ਜਿਹਨੂੰ, ਜਿਹੜਾ ਨਹੀਂ ਖਾਣ ਯੋਗ ਉਹਨੇ ਖਾਣਾ, ਜਿਹੜਾ ਡਰੱਗਸ ਨਹੀਂ ਖਾਣਾ ਚਾਹੀਦਾ ਉਹ ਉਹਨੇ ਖਾਣਾ ਹੈ। ਹਾਂਜੀ, ਜਿਹੜਾ ਮਾਸ ਨਹੀਂ ਖਾਣਾ ਚਾਹੀਦਾ ਉਹ ਖਾਣਾ ਹੈ। ਦੇਖੋ ਮੱਛੀ ਦੇ ਵਿੱਚ, ਮੱਛੀ ਦਾ ਮਾਸ ਜਿਹੜੇ ਖਾਂਦੇ ਨੇ ਉਹਨੂੰ ਪਤਾ ਹੈ ਵੀ ਕਿੰਨੇ ਕੰਡੇ ਅੰਦਰ ਹੁੰਦੇ ਨੇ, ਉਹ ਫਿਰ ਵੀ ਰਿਸਕ ਲੈ ਕੇ ਖਾਂਦੇ ਨੇ, ਉਹ ਖਾਂਦੇ ਰਹਿੰਦੇ ਨੇ। ਕਿਉਂ? ਉਹ ਕਹਿੰਦੇ ਜੀ ਭਾਵੇਂ 100 ਕੰਡਾ ਹੋਵੇ ਮੈਂ ਕੱਟ ਕੇ ਖਾਵਾਂਗਾ, ਭਾਵੇਂ ਮਾਸ ਚੂਸ ਕੇ ਖਾਣਾ ਹੀ ਖਾਣਾ। ਦੇਖੋ ਇੰਨੀ ਹਿੰਮਤ ਉਹ ਕਰਦੇ ਨੇ। ਐਸਾ ਭੈੜੀ ਹਾਲਾਤ ਇਹ ਬੰਦਿਆਂ ਦੀ ਹੋ ਜਾਂਦੀ ਨੇ, ਕਿਉਂਕਿ ਇਹਨਾਂ ਦੇ ਵਿੱਚ ਕੀ ਹੁੰਦਾ ਹੈ, ਇਹਨਾਂ ਨੇ ਪੱਖ ਇਹਨਾਂ ਨੇ ਨਾ ਖਾਣ ਜੋਗੀ ਵਾਲੀ ਚੀਜ਼ ਖਾਣੀ ਹੈ, ਖਾਣ ਵਾਲੀ ਇਹਨਾਂ ਨੇ ਨਹੀਂ ਖਾਣੀ। ਵਣ ਅੰਦਰ ਭਰਮ ਪਵੰਦਾ। ਪਰ ਇੱਕ ਗੱਲ ਹੈ, ਭਾਈ ਗੁਰਦਾਸ ਜੀ ਕਹਿੰਦੇ ਐਸਿਆਂ ਨੂੰ ਕੀ ਹੁੰਦਾ ਹੈ, ਇਹ ਜੰਗਲ ਵਿੱਚ ਭਟਕਦੇ ਨੇ। ਫਿਰ ਹਰ ਥਾਂ ਤੇ ਇਹਨਾਂ ਦੀ ਭਟਕਣਾ ਲੱਗੀ ਰਹਿੰਦੀ ਹੈ। ਪਰ ਜਿਹੜੇ ਗੁਰਮੁਖ ਹੁੰਦੇ ਨੇ ਉਹ ਸਾਧ ਸੰਗਤ ਵਿੱਚ ਜਾ ਕੇ ਟਿਕ ਜਾਂਦੇ ਨੇ। ਬਸ ਇਹੀ ਗੱਲ ਹੈ। ਜਦੋਂ ਆਪਾਂ ਕਹਿੰਦੇ ਨਾ 84 ਦਾ ਗੇੜ ਹੈ, ਤੇ ਕਈ ਜਾਣੇ ਕਿਹਾ ਜੀ 84 ਦਾ ਗੇੜ ਕੀਤਾ, ਮੰਨਦੇ ਹੀ ਨਹੀਂਗੇ। ਉਹ ਮਨਮੁਖ ਇੰਨੇ ਮਨਮੁਖ ਹੋ ਗਏ ਕਿ ਉਹ 84 ਦਾ ਗੇੜ ਵੀ ਨਹੀਂ ਮੰਨਦੇ। ਜਿਵੇਂ ਆਪਾਂ ਕਹਿ ਦਈਏ ਨਾ, ਕੋਈ ਲਾਅ ਐਂਡ ਆਰਡਰ ਕੋਈ ਮੁਲਕ ਦਾ ਹੁੰਦਾ ਹੈ, ਉਹਦੇ ਵਿੱਚ ਕੋਈ ਕ੍ਰਿਮੀਨਲ ਕਵੇ ਆਈ ਡੋਂਟ ਬਿਲੀਵ ਇਨ ਦ ਲਾਅ ਹੀ ਨਹੀਂਗਾ, ਜੋ ਮਰਜ਼ੀ ਕਰਨਾ ਕਰ ਲਓ। ਸੋ ਉਹਨਾਂ ਦਾ ਤੁਸੀਂ ਕੀ ਇਲਾਜ ਕਰੋਗੇ? ਨਹੀਂ ਹੋਣਾ ਨਾ।
ਜਦੋਂ ਉਹਨਾਂ ਨੇ ਕੋਈ ਕਸੂਰ ਕਰ ਲਿਆ, ਫੜ ਕੇ ਉਹਨਾਂ ਨੂੰ ਬੰਦ ਕਰਨ ਦੀ ਉਹ ਲੋੜ ਹੈ। ਉਹਨਾਂ ਨੂੰ ਤਾਂ ਰੀਅਲਾਈਜੇਸ਼ਨ ਆਉਣਾ ਨਹੀਂ ਉਹਨਾਂ ਨੇ ਗਲਤ ਕੀਤਾ, ਉਹ ਤਾਂ ਮੰਨਦੇ ਨਹੀਂ ਤੁਹਾਡੀ ਲੋੜ ਨੂੰ। ਸੋ ਇਸੇ ਤਰ੍ਹਾਂ ਹੀ ਅੱਜ ਕੱਲ੍ਹ ਮਨਮੁਖ ਲੋਕ ਜਿਹੜੇ ਕਹਿੰਦੇ ਨੇ ਵੀ 84 ਲੱਖ ਜੂਨੀ ਹੈ ਨਹੀਂ, ਨਰਕ ਸਵਰਗ ਹੈ ਨਹੀਂ, ਕੁਝ ਨਹੀਂ ਹੈਗਾ, ਕਰ ਲਓ ਜੋ ਕਰਨਾ, ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਦੇਖੀ ਜਾਓ ਕਰੀ ਜਾਓ ਜੋ ਕਰਨਾ ਹੈ। ਵੈਨ ਯੋਰ ਲਾਈਫ ends there's nothing, the accountability, there's nothing to face after your death, that's it, ਹੋ ਗਿਆ ਡਨ ਕੰਮ। ਐਸਿਆਂ ਨੂੰ ਜਿਹੜਾ ਐਸੇ ਬੰਦਿਆਂ ਨੂੰ ਤੁਸੀਂ ਕੀ ਕਰੋਗੇ? ਤੇ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਫਿਰ ਭੜਕਣਾ ਮਿਲਦੀ ਹੈ, ਉਹ ਭੜਕਦੇ ਨੇ। ਸੋ ਇਸੇ ਤਰ੍ਹਾਂ ਹੀ ਉਹ 84 ਲੱਖ ਜੂਨ ਜਿਹੜੀ ਹੈ ਇਉਂ ਕਹਿ ਲਏ ਜਿਵੇਂ ਕੋਈ ਕਹਿੰਦਾ ਨਾ ਵਰਲਡ ਟੂਰ ਹੈ ਉਹਨਾਂ ਦੀ, ਜਿਹੜੀ ਹੰਸ ਜਿਹੜਾ ਸਪੀਸੀਸ ਟੂਰ ਹੈ। ਉਹ ਸਾਰੀ ਸਪੀਸੀਸ ਵਿੱਚ ਜਾਂਦੇ ਨੇ, ਭੜਕਦੇ ਨੇ, ਇੱਕ ਵਿੱਚ ਜਾ ਕੇ ਫੇਰ ਕਿਤੇ ਉਹਨਾਂ ਨੂੰ ਫੇਰ ਮਨੁੱਖਾ ਜਨਮ ਮਿਲਦਾ ਹੈ। ਜੇ ਗੁਰੂ ਮਿਲ ਜਾਵੇ ਫੇਰ ਉਹਨਾਂ ਨੂੰ ਸੋਝੀ ਆ ਜਾਵੇ ਤਾਂ ਆ ਜਾਵੇ, ਨਹੀਂ ਤਾਂ ਉੱਥੇ ਵੀ ਗੰਦ ਪਾ ਕੇ ਮੁੜ ਜਾਂਦੇ ਹਨ। ਸਾਧ ਸੰਗਤ ਗੁਰ ਸ਼ਬਦ ਸੁਣ, ਦੇਖੋ ਸਾਧ ਸੰਗਤ ਵਿੱਚ ਜਿੱਥੇ ਗੁਰੂ ਦਾ ਸ਼ਬਦ ਸੁਣ ਕੇ ਤਨ ਅੰਦਰ ਮਨ ਥਿਰ ਨਾ ਰਹਿੰਦਾ। ਦੇਖੋ ਉਹਨਾਂ ਦੇ ਅੰਦਰ ਸਰੀਰ ਤਾਂ ਹੋ ਕੇ ਉਹ ਆ ਜਾਂਦੇ ਨੇ ਗੁਰਦੁਆਰੇ, ਸੁਣ ਲੈਂਦੇ ਨੇ ਬਾਣੀ, ਜਿਹੜਾ ਗੱਡੀਆਂ ਚਲਾਉਂਦੇ ਕੀਰਤਨ ਤਾਂ ਸੁਣ ਲੈਂਦੇ ਨੇ, ਪਰ ਕਹਿੰਦੇ ਮਨ ਥਿਰ ਨਾ ਰਹਿੰਦਾ, ਉਹਨਾਂ ਦਾ ਮਨ ਨਹੀਂ ਠਹਿਰਦਾ ਜੀ, ਮਨ ਭਟਕਦਾ ਹੀ ਰਹਿੰਦਾ ਹੈ। ਹਾਂਜੀ, ਮਨ ਦੇ ਵਿੱਚ ਸ਼ਾਂਤੀ ਕੋਈ ਨਹੀਂ, ਮਨ ਨੇ ਠਹਿਰਨਾ ਕਿਤੇ ਨਹੀਂ, ਮਨ ਨੇ ਇੱਥੇ ਭਟਕਣਾ 2 ਮਿੰਟ ਵਾਹਿਗੁਰੂ ਵਾਹਿਗੁਰੂ ਕਰਕੇ, ਤੀਜੇ ਨੂੰ ਪਤਾ ਨਹੀਂ ਕਿੱਥੇ ਪਹੁੰਚ ਜਾਣਾ ਉਹਨੇ, ਕਿਹੜੇ ਕਲੱਬ 'ਚ ਜਾ ਕੇ ਵੜ ਜਾਣਾ ਹੈ, ਕਿੱਥੇ ਚਲਿਆ ਜਾਣਾ ਉਹਨੇ, ਕੋਈ ਪਤਾ ਨਹੀਂ ਲੱਗਦਾ। ਹਾਂਜੀ, ਸੋ ਇਹ ਜਿਹੜਾ ਹੈ ਕਹਿੰਦੇ ਉਹਨਾਂ ਦਾ ਮਨ ਨਹੀਂ ਠਹਿਰਦਾ, ਫਿਰ ਉਹਨਾਂ ਦਾ ਮਨ ਦੇ ਵਿੱਚ ਭਰੋਸਾ ਨਹੀਂ ਠਹਿਰਦਾ। ਜੇ ਕਹਿ ਦਈਏ ਨਾ ਇਹ ਕੰਮ ਨਹੀਂ ਕਰਨਾ, ਹਾਂਜੀ, ਫਿਰ ਜਾਂ ਗੁਰੂ ਮਹਾਰਾਜ ਦੇਖੋ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿੰਨਾ ਉਹ ਮੋਟੀਵੇਟ ਹੋ ਜਾਂਦੇ ਨੇ ਵੀ ਹਾਂ ਇੰਨੀਆਂ ਕੁਰਬਾਨੀਆਂ ਕੀਤੀਆਂ, ਫਿਰ ਥੋੜ੍ਹੇ ਚਿਰ ਬਾਅਦ ਫਿਰ ਬਦਲ ਜਾਂਦੇ ਨੇ। ਹਾਂਜੀ, ਫਿਰ ਉਹਨਾਂ ਦਾ ਉਹੀ ਹਾਲ ਹੋ ਜਾਂਦਾ ਹੈ। ਸੋ ਮਨ ਨਹੀਂ ਉਹਨਾਂ ਦਾ ਠਹਿਰਦਾ। ਦੇਖੋ ਇਹ ਮਨ ਦੀ ਭੜਕਣਾ ਜਿਹੜੀ ਹੈ ਨਾ ਇਹ ਬਹੁਤ ਬੁਰੀ ਹੈ, ਕਿਉਂਕਿ ਮਨ ਦੀ ਭੜਕਣਾ ਐਸੀ ਹੈ, ਬੰਦਾ ਭਾਵੇਂ ਇੱਕ ਥਾਂ ਤੇ ਟਿਕਿਆ ਬੈਠਾ, ਦੇਖੋ ਨਾ ਸਾਰੇ ਦਿਨਾਂ ਦੇ ਵਿੱਚ 7 ਦਿਨਾਂ ਵਿੱਚ ਇੱਕ ਸੰਡੇ ਹੁੰਦਾ ਹੈ, ਕਹਿੰਦੇ ਜੀ ਇਹ ਛੁੱਟੀ ਵਾਲਾ ਦਿਨ ਹੈ ਤੁਸੀਂ ਛੁੱਟੀ ਮਨਾਓ, ਪਰ ਮਨ ਨੇ ਕਿਤੇ ਛੁੱਟੀ ਮਨਾਈ ਹੈ? ਮਨ ਕਿਤੇ ਠਹਿਰਿਆ? ਮਨ ਦੀ ਕੋਈ ਛੁੱਟੀ ਨਹੀਂ ਹੁੰਦੀ, ਮਨ ਕਿਤੇ ਵੀ ਠਹਿਰਦਾ ਨਹੀਂ, ਮਨ ਤਾਂ ਹੋਰ ਭੜਕਦਾ ਹੈ। ਜਿੰਨਾ ਇਹਨੂੰ ਵਿਹਲਾ ਕਰ ਦੋ ਇਸ ਸਰੀਰ ਨੂੰ, ਉਨਾ ਮਨ ਹੋਰ ਭੜਕੇਗਾ। ਸੋ ਇਹਦੀ ਮਨ ਦੀ ਕਿਤੇ ਵੀ ਛੁੱਟੀ ਨਹੀਂ ਹੁੰਦੀ, ਮਨ ਦੀ ਭੜਕਣਾ ਕਿਤੇ ਮੁੱਕਦੀ ਨਹੀਂ। ਤੇ ਦੇਖੋ ਜੇ ਜਿਉਂਦਿਆਂ ਦੀ ਮਨ ਦੀ ਭੜਕਣਾ ਨਹੀਂ ਮੁੱਕਦੀ, ਮਰਿਆਂ ਦੀ ਕਿਵੇਂ ਮੁੱਕ ਜਾਏਗੀ? ਮਰ ਕੇ ਵੀ ਇਹ ਮਨ ਦੀ ਭੜਕਣਾ ਲੱਗੀ ਹੋ ਰਹਿੰਦੀ ਹੈ। ਸੋ ਇਸ ਕਰਕੇ ਬੰਦਾ ਭਟਕਦਾ ਹੈ। ਸੋ ਭਟਕਣ ਦੇ ਵਿੱਚ ਸੁੱਖ ਨਹੀਂ ਹੁੰਦਾ, ਸੁੱਖ ਨਾਲੋਂ ਵੱਧ ਦੁੱਖ ਹੁੰਦਾ ਹੈ, ਕਿਉਂਕਿ ਜਿੱਥੇ ਵੀ ਆਪਾਂ ਭਟਕ ਕੇ ਜਾਂਦੇ ਆਪਾਂ ਭਟਕ ਕੇ ਫਿਰ ਆਉਣਾ ਪੈਂਦਾ, ਫਿਰ ਜਾਵਾਂਗੇ ਫਿਰ ਮੁੜਾਂਗੇ। ਪਰ ਜਿੱਥੇ ਸਾਧ ਸੰਗਤ ਵਿੱਚ ਨਾਮ ਵਿੱਚ ਮਨ ਟਿਕ ਗਿਆ ਤਾਂ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ, ਉੱਥੇ ਸਾਰੇ ਸੁੱਖ ਮਿਲ ਜਾਂਦੇ ਹਨ। ਬੱਜਰ ਕਪਾਟ ਨਾ ਖੁੱਲੇ ਜਾਂਦਾ। ਦੇਖੋ ਇਹ ਜਿਹੜਾ ਨਾ ਬੱਜਰ ਕਪਾਟ, ਕਰੜੇ ਜਿਹੜੇ ਪਰਦੇ ਲੱਗੇ ਹੋਏ ਨੇ, ਇਹ ਜਿਹੜੇ ਬੱਜਰ ਕਪਾਟ, ਬੱਜਰ ਹੁੰਦੇ ਬਹੁਤ ਤਕੜੇ, ਕਪਾਟ ਮੀਨ ਡੋ, ਇਹ ਡੋ ਜਿਹੜਾ ਇਗਨੋਰੈਂਸ ਦਾ ਡੋ ਹੈ, ਇਹ ਡੋ ਜਿਹੜਾ ਹੈ ਅਗਿਆਨਤਾ ਦਾ, ਕਹਿੰਦੇ ਬਹੁਤ ਵੱਡਾ ਹੈ, ਬਹੁਤ ਵੱਡਾ ਜਿੰਦਰਾ ਲੱਗਿਆ ਹੋਇਆ ਇਸ ਨੂੰ, ਕਹਿੰਦੇ ਇਹ ਨਹੀਂ ਖੁੱਲਦਾ। ਇਹਨੂੰ ਖੋਲ੍ਹਣ ਵਾਸਤੇ ਗੁਰੂ ਹੀ ਖੋਲ੍ਹ ਸਕਦਾ ਹੈ, ਇਸ ਦੀ ਚਾਬੀ ਗੁਰੂ ਹੀ ਦੇ ਸਕਦਾ ਹੈ, ਨਹੀਂ ਤਾਂ ਇਹ ਤਖਤੇ ਜਾਂ ਬੰਦੇ ਰਹਿੰਦੇ ਨੇ। ਬੰਦੇ ਨੂੰ ਰੱਬ ਕਿਤੇ ਨਹੀਂ ਦਿਸਦਾ, ਬੰਦਾ ਹੋਰ ਬਹੁਤ ਕੁਝ ਦੇਖ ਲੈਂਦਾ ਹੈ, ਬਹੁਤ ਕੁਝ ਸਮਝ ਲੈਂਦਾ ਹੈ, ਪਰ ਉਹ ਰੱਬ ਨੂੰ ਨਾ ਦੇਖਦਾ ਹੈ ਨਾ ਸਮਝਦਾ ਹੈ। ਸਾਰੀ ਉਮਰ ਉਹਨਾਂ ਦੀ ਇਸੇ ਤਰ੍ਹਾਂ ਹੀ ਲੰਘ ਜਾਂਦੀ ਹੈ, ਉਹਨਾਂ ਦੇ ਦਰਵਾਜ਼ੇ ਬੰਦੇ ਰਹਿੰਦੇ ਨੇ, ਤੇ ਫਿਰ ਬੰਦਾ ਇਹਦੇ ਵਿੱਚ ਜਿਹੜੇ ਕੁਐਸਚਨਸ ਹੁੰਦੇ ਨੇ ਉਹ ਕਿਤੇ ਵੀ ਆਨਸਰ ਨਹੀਂ ਹੁੰਦੇ, ਕਿਉਂਕਿ ਰੱਬ ਹੀ ਹੈ ਸਾਰਿਆਂ ਦਾ ਸੋਲੂਸ਼ਨ। ਇੱਕੋ ਇੱਕ ਆਨਸਰ ਹੈ ਦੁਨੀਆ ਨੂੰ, ਇਹ ਦੁਨੀਆ ਦੀ ਮਿਸਤਰੀ ਨੂੰ, ਇਹ ਕੁਦਰਤ ਦੀ ਨੂੰ, ਸਭ ਕੁਝ ਦਾ ਇੱਕ ਹੀ ਆਨਸਰ, ਉਹ ਵਾਹਿਗੁਰੂ, ਉਹੀ ਹੈ ਬਸ ਇੱਕ, ਉਹੀ ਆਨਸਰ ਹੈ, ਉਹੀ ਜਿੰਦੇ ਦੀ ਚਾਬੀ ਹੈ। ਪਰ ਜੇ ਕਿਤੇ ਉਹਨੂੰ ਛੱਡ ਕੇ ਆਪਾਂ ਹੋਰ ਕੋਈ ਚਾਬੀਆਂ ਲੱਭੀ ਜਾਈਏ ਤਾਂ ਇਉਂ ਲੱਗੇਗਾ ਨਾ ਜਿਵੇਂ ਕਿ ਜਿੰਦਰਾ ਲੱਗਿਆ ਹੋਇਆ, ਤੁਸੀਂ ਇੱਕ ਚਾਬੀ ਟਰਾਈ ਕਰੋ, ਦੂਜੀ ਕਰੋ, ਤੀਜੀ ਕਰੋ, ਚੌਥੀ ਕਰੋ। ਇਸੇ ਤਰ੍ਹਾਂ ਹੀ ਬੰਦੇ ਨੂੰ ਅੱਜ ਤੱਕ ਇਹ ਵੀ ਨਹੀਂ ਪਤਾ ਲੱਗਦਾ ਮੈਨੂੰ ਦੁਖੀ ਮੈਂ ਕਿਉਂ ਹਾਂ, ਕਿਉਂ ਮੈਨੂੰ ਦੁੱਖ ਹੋ ਰਿਹਾ। ਆਪਾਂ ਨੂੰ ਪਤਾ ਆਪਾਂ ਨੂੰ ਕਿਹੜੇ ਕਰਕੇ ਦੁੱਖ ਹੋ ਰਿਹਾ ਹੈ, ਉਹ ਰੀਜ਼ਨ ਤਾਂ ਆਪਾਂ ਨੂੰ ਪਤਾ ਹੈ, ਪਰ ਉਸਦੇ ਰੂਟ ਦਾ ਆਪਾਂ ਨੂੰ ਨਹੀਂ ਪਤਾ ਮੈਨੂੰ ਇਹ ਦੁੱਖ ਕਿਉਂ ਹੋ ਰਿਹਾ ਹੈ। ਦੇਖੋ ਦੁੱਖ ਨੂੰ ਆਪਾਂ ਦੁੱਖ ਕਵਾਂਗੇ, ਪਰ ਦੁਖੀ ਹੋਣ ਵਾਸਤੇ ਰੀਜ਼ਨ ਮਿਲੀਅਨਸ ਹੋ ਸਕਦੀਆਂ ਨੇ, ਪਰ ਸਾਰਿਆਂ ਦਾ ਅਖੀਰ ਤੇ ਕੀ ਚੀਜ਼ ਹੈ? ਦੁੱਖ। ਉਹਦੇ ਰੀਜ਼ਨਸ ਬਹੁਤ ਹੋ ਸਕਦੇ ਨੇ, ਉਹਦੇ ਕੌਸਸ ਬਹੁਤ ਹੋ ਸਕਦੇ ਨੇ, ਮਿਲੀਅਨਸ ਹੋ ਸਕਦੇ ਨੇ, ਪਰ ਹੈ ਤਾਂ ਦੁਖੀ ਹੈ ਨਾ। ਇਹ ਦੁੱਖ ਦੀ ਹੁਣ ਆਪਾਂ ਜੇ ਇਹਨੂੰ ਆਪਾਂ ਖਤਮ ਕਰ ਦਈਏ ਤਾਂ ਜਿੰਨਾ ਇਹਦਾ ਪਸਾਰਾ ਹੋਇਆ ਮਿਲੀਅਨਸ ਦਾ, ਇਹ ਖਤਮ ਹੋ ਜਾਏਗਾ ਨਾ। ਜਿਵੇਂ ਦੇਖੋ ਇੱਕ ਬੱਤੀ ਜਗਦੀ ਹੋਵੇ, ਇੱਕ ਥਾਂ ਤੋਂ ਜਗਦੀ ਹੈ, ਉਹਦਾ ਚਾਨਣ ਦੂਰ ਤੱਕ ਜਾਂਦਾ, ਪਰ ਜੇ ਅਗਰ ਆਪਾਂ ਚਾਨਣ ਨੂੰ ਹਨੇਰਾ ਕਰਨਾ ਚਾਹੀਏ, ਆਪਾਂ ਇੱਥੇ ਕਰ ਦਈਏ ਜੀ, ਆਹ ਲਾ ਦਈਏ ਜੀ, ਉਹ ਲਾ ਦਈਏ ਜੀ, ਕੰਮ ਨਹੀਂ ਬਣਨਾ। ਬੱਤੀ ਬੁਝਾ ਦਾਂਗੇ ਤਾਂ ਹਨੇਰਾ ਹੋ ਗਿਆ, ਸੋਲੂਸ਼ਨ ਹੋ ਗਿਆ। ਇੱਥੇ ਆਪਣਾ ਸਾਰਾ ਹੀ ਆਪਣਾ ਦੁੱਖ ਇੱਕ ਪੁਆਇੰਟ ਤੇ ਖੜਾ ਹੈ, ਉਹਨੂੰ ਆਪਾਂ ਨੂੰ ਹਟਾਉਣ ਵਾਸਤੇ ਗੁਰੂ ਮਹਾਰਾਜ ਦੇ ਸ਼ਬਦ ਦੀ ਲੋੜ ਹੈ। ਉੱਥੇ ਆਪਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਦੀ ਲੋੜ ਹੈ, ਉੱਥੇ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ। ਇਸ ਕਰਕੇ ਇਹ ਜੀਵਨ ਨੂੰ ਆਪਾਂ ਨੂੰ ਜੀਵਨ ਜਿਹੜਾ ਮਿਲਿਆ ਹੈ ਇਹਨੂੰ ਸੁਧਾਰਨਾ ਹੈ,
ਇਹਨੂੰ ਜਿਹੜਾ ਚੰਗੇ ਪਾਸੇ ਲਾਉਣਾ ਹੈ। ਆਪਾਂ ਇੰਪਰੂਵ ਕਰਨਾ ਆਪਣੇ ਆਪ ਨੂੰ। ਧਰਮ ਕਿਸੇ ਨੂੰ ਇੰਪਰੂਵ ਕਰਨ ਵਾਸਤੇ ਨਹੀਂ ਹੁੰਦਾ, ਧਰਮ ਹੁੰਦਾ ਆਪਣੇ ਆਪ ਨੂੰ ਇੰਪਰੂਵ ਕਰਨ ਵਾਸਤੇ। ਆਪਣੇ ਆਪ ਨੂੰ ਇੰਪਰੂਵ ਕਰੀਏ ਨਾ। ਆਪਾਂ ਲੋਕਾਂ ਦਾ ਫਿਕਰ ਕਿਉਂ ਕਰਦੇ? ਆਪਾਂ ਲੋਕਾਂ ਦਾ ਬੜਾ ਫਿਕਰ ਕਰਦੇ ਹਾਂ ਜੀ, ਬੱਚਿਆਂ ਦਾ ਕਰ ਲਿਆ, ਇਹਦਾ ਕਰ ਲਿਆ, ਪਰ ਇਹ ਤਾਂ ਦੇਖੋ ਨਾ, ਮੇਰੇ ਆਪਣੇ ਆਪ ਦੇ ਵੀ ਮੈਂ ਸੁਧਰਿਆ ਕਿ ਨਹੀਂ ਸੁਧਰਿਆ ਹਜੇ? ਮੈਂ ਆਪਣੇ ਆਪ ਦਾ ਕੁਝ ਕੀਤਾ ਕਿ ਨਹੀਂ ਹਜੇ ਕੀਤਾ? ਸੋ ਇਹ ਗੱਲ ਹੈ, ਆਪਣੇ ਆਪ ਵਿੱਚ ਝਾਤੀ ਮਾਰੀਏ। ਆਪਣੇ ਵਿੱਚ ਹੀ ਬਹੁਤ ਗਲਤੀਆਂ ਨੇ। ਆਪਾਂ ਹੀ ਕੌਸ ਹਾਂ ਹਰ ਇੱਕ ਦੁੱਖ ਦੇ, ਜੋ ਆਪਾਂ ਅੱਜ ਮਹਿਸੂਸ ਕਰ ਰਹੇ ਹਾਂ। ਸੋ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਬੱਜਰ ਕਪਾਟ ਨਾ ਖੁੱਲ੍ਹੈ ਜੰਦਾ। ਇਹ ਜੰਦਾ ਜਿਹੜਾ ਜੰਦਰਾ ਲੱਗਿਆ ਹੋਇਆ ਲੋਕ, ਇਹ ਨਹੀਂ ਕਿਤੇ ਖੁੱਲਦਾ ਗੁਰੂ ਦੀ ਕਿਰਪਾ ਬਗੈਰ। ਸਾਧ ਸੰਗਤ ਗੁਰ ਸ਼ਬਦ ਸੁਣ, ਤਨ ਅੰਦਰ ਮਨ ਥਿਰ ਨਾ ਰਹੰਦਾ। ਬੱਜਰ ਕਪਾਟ ਨਾ ਖੁੱਲ੍ਹੈ ਜੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।